ਦੇਖੋ ਨਾ ਕਿ ਗੋਬਰ ਜਿਹਦਾ ਉਹ ਅਸੀਂ ਇੱਕ ਬਿਲਕੁਲ ਇਹ ਸਮਝਦੇ ਹਾਂ ਕਿ ਗੰਦ ਹੈ ਤੇ ਇਹਨਾਂ ਨੇ ਉਹਨਾਂ ਨੂੰ ਵੀ ਹੀਰਾ ਬਣਾਤਾ। ਅਗਰ ਜੋ ਇਹ ਫਾਰਮੂਲਾ ਭਾਈ ਨਵਾਜ਼ ਦੱਸ ਰਹੇ ਨੇ, ਮੈਂ ਹਰ ਬੰਦਾ ਅਗਰ ਆਪਣੇ ਫਾਰਮ ਦੇ ਉੱਤੇ ਕਰੇ ਤੇ ਬਹੁਤ ਜ਼ਿਆਦਾ ਲੋਕਾਂ ਦਾ ਫਾਇਦਾ ਹੋ ਸਕਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਜੰਮਦਾ ਬੱਚਾ ਹੀ ਤੁਹਾਡਾ ਜਿਹੜਾ ਹੈ ਵੇ ਇੱਕ ਦਿਨ ਦਾ ਬੱਚਾ ਤੁਸੀਂ ਅਲੱਗਾ ਕਰ ਦਿੰਦੇ ਹੋ, ਹਾਂਜੀ ਉਹਨਾਂ ਨੂੰ ਫਿਰ ਤੁਸੀਂ ਦੁੱਧ ਤੇ ਪਾਲਦੇ ਹੋ। ਹਾਂਜੀ ਆ ਤੁਹਾਡੇ ਸਾਹਮਣੇ। ਅੱਛਾ, ਇਹ ਬੱਚੇ ਜਿਹੜੇ ਨੇ ਸਾਰੇ ਹੀ ਮਾਵਾਂ ਤੋਂ ਅਲੱਗਾ ਨੇ? ਹਾਂਜੀ ਆ ਸਾਰੇ ਬੱਚੇ ਤੁਹਾਡੇ ਸਾਹਮਣੇ ਖੜੇ ਆ ਸਾਰੇ ਮਾਵਾਂ ਤੋਂ ਲੈਦਾ। ਅੱਛਾ, ਇਹ ਤੁਹਾਡੇ ਇਸ ਤਕਨੀਕ ਦੇ ਤਹਿਤ ਇਹ ਬੱਚੇ ਜਿਹੜੇ ਨੇ ਤੁਸੀਂ ਕਹਿ ਰਹੇ ਹੋ ਕਿ 14 15 16 ਮਹੀਨੇ ਦੀ 1.5 ਸਾਲ ਦੀ ਇਹ ਕੱਟੀ ਸਾਡੀ ਆਪਣੇ ਤਕਰੀਬਨ 14 ਮਹੀਨਿਆਂ ਦੀ ਕੱਟੀ ਸਾਡੀ ਬਹੁਤ ਜ਼ਿਆਦਾ ਹੋਵੇ ਤੇ ਉਹ 17 18 ਮਹੀਨੇ ਤੇ ਜਾਂਦੀ ਆ, ਨਹੀਂ ਤਾਂ 14 15 ਮਹੀਨਿਆਂ ਦੀ ਕੱਟੀ ਸਾਡੀ ਬੋਲ ਪੈਂਦੀ ਆ। 12ਵੇਂ ਮਹੀਨੇ ਤੋਂ ਹੀਟ ਸ਼ੁਰੂ ਕਰਦੀ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम फ्रेंड्स, ਤੁਸੀਂ ਵੇਖ ਰਹੇ ਹੋ TS ਨੌਲੇਜ TV YouTube ਚੈਨਲ ਤੇ ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ। ਦੋਸਤੋ, ਅੱਜ ਅਸੀਂ ਮੌਜੂਦ ਹਾਂ ਮੰਗੋਲ ਡੇਅਰੀ ਫਾਰਮ ਫੈਸਲਾਬਾਦ। ਮੰਗੋਲ ਡੇਅਰੀ ਫਾਰਮ ਫੈਸਲਾਬਾਦ ਦਾ ਬਹੁਤ ਕਾਮਯਾਬ ਤਰੀਨ ਡੇਅਰੀ ਫਾਰਮ ਹੈ। ਇਸ ਫਾਰਮ ਦੇ ਉੱਤੇ ਕੋਈ 250 ਤੋਂ 300 ਜਾਨਵਰਾਂ ਦੀ ਫਾਰਮਿੰਗ ਕੀਤੀ ਜਾ ਰਹੀ ਹੈ। ਇਸ ਫਾਰਮ ਦੀ ਖਾਸ ਗੱਲ ਹੈ ਕਿ ਇੱਕ ਤੇ ਵੰਡਾ ਆਪਣਾ ਤਿਆਰ ਕਰਦੇ ਨੇ, ਉਸ ਤੋਂ ਇਲਾਵਾ ਇਸ ਫਾਰਮ ਦੀ ਕੱਟੀ ਜਿਹੜੀ ਹੈ ਉਹ 13 14 ਮਹੀਨੇ ਦੀ ਉਮਰ ਵਿੱਚ ਤਿਆਰ ਹੋ ਜਾਂਦੀ ਹੈ ਔਰ ਕਈ ਕੱਟੀਆਂ ਦੱਸ ਰਹੇ ਨੇ ਕਿ ਖੀਰੀਆਂ ਔਰ ਦੁੰਦੀਆਂ ਇੱਥੇ ਬੱਚਾ ਦਿੰਦੀਆਂ ਨੇ। ਇਸ ਦੇ ਨਾਲ ਇਸ ਫਾਰਮ ਦੇ ਉੱਤੇ ਇੱਕ ਹੋਰ ਖਾਸ ਗੱਲ ਜਿਹੜੀ ਬੜੀ ਇੰਟਰਸਟਿੰਗ ਗੱਲ ਹੈ ਉਹ ਇਹ ਵੇ ਕਿ ਇਸ ਫਾਰਮ ਦਾ ਜਿਹੜਾ ਗੋਬਰ ਹੈ ਉਸ ਤੋਂ ਇਹ ਆਪਣੀ ਖਾਦ ਤਿਆਰ ਕਰ ਰਹੇ ਨੇ, ਜਿਹੜੇ ਕਿ ਬਹੁਤ ਹੀ ਜ਼ਬਰਦਸਤ ਇਹਨਾਂ ਦਾ ਫਾਰਮੂਲਾ ਹੈ। ਅੱਜ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਚੌਧਰੀ ਅਤਾ ਮੁਹੰਮਦ ਗੁਜਰ ਸਾਹਿਬ, ਮੰਗੋਲ ਡੇਅਰੀ ਫਾਰਮ ਦੇ ਓਨਰ ਨਵਾਜ਼ ਅੰਜਮ ਸਾਹਿਬ ਔਰ ਡਾਕਟਰ ਅਸਦ ਸਾਹਿਬ। ਇਹਨਾਂ ਨਾਲ ਮਿਲਾਨੇ ਆ ਜੀ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਪਾਲ ਰਹੇ ਨੇ, ਇਹਨਾਂ ਕੋਲ ਫਾਰਮੂਲਾ ਲੈਂਦੇ ਆ ਔਰ ਆਪਣੇ ਗੋਬਰ ਤੋਂ ਇਹ ਆਪਣੀ ਖਾਦ ਕਿਸ ਤਰ੍ਹਾਂ ਤਿਆਰ ਕਰ ਰਹੇ ਨੇ, ਇਹ ਸਾਰੀ ਮਾਲੂਮਾਤ ਅੱਜ ਦੀ ਵੀਡੀਓ 'ਚ ਅਸੀਂ ਲੈਂਦੇ ਆ ਜੀ। अस्सलाम वालेकुम सर। ਵਾਲੇਕੁਮ ਸਲਾਮ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਅੱਜ ਭਾਈ ਨਵਾਜ਼ ਉਹਨਾਂ ਦੇ ਕੋਲ ਹਾਜ਼ਰ ਹੋਏ ਆ ਜੀ। ਮੈਂ ਪਾਕਿਸਤਾਨ ਬੈਫਲੋ ਦਾ ਸ਼ੁਕਰ ਅੱਲਾ ਦਾ ਕਰੋਨਾ ਸ਼ੁਕਰ ਹੈ ਕਿ ਸ਼ੌਕ ਤੇ ਇੱਕ ਜਨੂਨ ਦੀ ਹੱਦ ਤੱਕ ਹੈ। ਬੜੇ ਲੋਕਾਂ ਕੋਲ ਗਏ ਔਰ ਕਮਰਸ਼ੀਅਲ ਅਗਰ ਕੋਈ ਬੰਦਾ ਕੰਮ ਕਰ ਰਿਹਾ ਔਰ ਬੱਚਿਆਂ ਦੀ ਵੀ ਅੱਛੀ ਤਰ੍ਹਾਂ ਪਰਵਰਿਸ਼ ਕਰ ਰਿਹਾ, ਮੈਨੂੰ ਕਿਸੇ ਜਗ੍ਹਾ ਤੇ ਇਸ ਤਰ੍ਹਾਂ ਦੇ ਬੰਦੇ ਨਹੀਂ ਮਿਲੇ। ਸਾਹਮਣੇ ਜਿਹੜੀ ਤੁਹਾਡੇ ਝੋਟੀਆਂ ਨੇ, ਖੀਰੀਆਂ ਤੱਕ ਸੂਈਆਂ ਦੋਂਦੀਆਂ ਅਕਸਰੀਅਤ ਦੇ ਵਿੱਚ ਇਹਨਾਂ ਦੇ ਕੋਲ ਮੌਜੂਦ ਨੇ ਜਿਹੜੀਆਂ ਦੁੱਧ ਦੇ ਰਹੀਆਂ। ਤੇ ਜਿਸ ਤਰ੍ਹਾਂ ਦਾ ਇਹ ਬੱਚਿਆਂ ਦੇ ਉੱਤੇ ਕੰਮ ਕਰ ਰਹੇ ਨੇ ਤੇ ਇਸ ਲਈ ਇਹਨਾਂ ਨੂੰ ਅੱਜ ਸ਼ੀਲਡ ਸਰਟੀਫਿਕੇਟ ਅਸੀਂ ਦੇ ਰਹੇ ਹਾਂ। ਇਹਨਾਂ ਦੀ ਹੌਸਲਾ ਅਫਜ਼ਾਈ ਲਈ ਮਾਸ਼ਾਅੱਲਾ ਬਹੁਤ ਅੱਛਾ ਕੰਮ ਕਰ ਰਹੇ। ਅੱਲਾਹ ਤਾਲਾ ਦੀ ਜ਼ਾਤ ਇਹਨਾਂ ਨੂੰ ਜਜ਼ਾ ਦੇ, ਇਹਨਾਂ ਦੇ ਮਾਲੋ ਬਰਕਤ ਪਾਏ। ਆਮੀਨ ਆਮੀਨ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਜੰਮਦਾ ਬੱਚਾ ਹੀ ਤੁਹਾਡਾ ਜਿਹੜਾ ਹੈ ਵੇ ਇੱਕ ਦਿਨ ਦਾ ਬੱਚਾ ਤੁਸੀਂ ਅਲੱਗਾ ਕਰ ਦਿੰਦੇ ਹੋ, ਹਾਂਜੀ ਉਹਨਾਂ ਨੂੰ ਫਿਰ ਤੁਸੀਂ ਦੁੱਧ ਤੇ ਪਾਲਦੇ ਹੋ। ਹਾਂਜੀ ਆ ਤੁਹਾਡੇ ਸਾਹਮਣੇ। ਅੱਛਾ, ਇਹ ਬੱਚੇ ਜਿਹੜੇ ਨੇ ਸਾਰੇ ਹੀ ਮਾਵਾਂ ਤੋਂ ਅਲੱਗਾ ਨੇ? ਹਾਂਜੀ ਆ ਸਾਰੇ ਬੱਚੇ ਤੁਹਾਡੇ ਸਾਹਮਣੇ ਖੜੇ ਆ ਸਾਰੇ ਮਾਵਾਂ ਤੋਂ ਲੈਦਾ। ਆ ਤੁਹਾਡੇ ਸਾਹਮਣੇ ਆ ਦੁੱਧ ਪਿਆ, ਹੁਣੀ ਤੁਹਾਡੇ ਸਾਹਮਣੇ ਇਹਨਾਂ ਨੂੰ ਪਿਲਾ ਦੇਣਾ। ਕੁਝ ਬੱਚੇ ਆ ਇਹਨਾਂ ਚੋਂ ਜਿਹੜੇ ਨਾ ਫੀਡਰ ਤੇ ਨਹੀਂ ਲੱਗਦੇ, ਉਹਨਾਂ ਨੂੰ ਫਿਰ ਅਸੀਂ ਬਾਲਟੀ ਤੇ ਲਾ ਲਈਦਾ। ਅੱਛਾ, ਯਾਨੀ ਕਿ ਉਹ ਇਦਾਂ ਨਾ ਚੜਦੇ ਆਸਤਾ ਆਸਤਾ ਬਾਲਟੀ ਅੱਗੇ ਰੱਖੋ, ਪੀਂਦੇ ਪਾਣੀ ਸਮਝ ਕੇ ਆਸਤਾ ਆਸਤਾ ਨਾ ਲੱਗ ਜਾਂਦੇ, ਫਿਰ ਥੋੜਾ ਘੁੱਟ ਭਰਦੇ ਲੱਗ ਜਾਂਦੇ। ਏਦਾਂ ਹੀ ਕੁਝ ਬੱਚੇ ਆ ਉਹ ਲੱਗਦੇ ਹੀ, ਉਹਨਾਂ ਨੂੰ ਫਿਰ ਅਸੀਂ ਫੀਡਰ ਤੇ ਪਾਲੀਦਾ। ਅੱਛਾ ਹੁਣ ਆ ਤੁਹਾਡੇ ਸਾਹਮਣੇ ਟ੍ਰਾਇਲ ਖੜੇ ਆ, ਹੁਣੀ ਆ ਮੁੰਡਾ ਪਲਾਏਗਾ ਇਹਨਾਂ ਨੂੰ। ਇਹਨਾਂ ਦੀ ਸਿਹਤ ਬੜੀ ਜ਼ਬਰਦਸਤ ਹੈ। ਅੱਛਾ, ਇਹ ਇਹਨਾਂ ਨੂੰ ਕਿੰਨਾ ਜਿਹੜਾ ਇਹ ਬੱਚਾ ਹੈ ਇਹਨਾਂ ਨੂੰ ਅਸੀਂ ਹੁਣ ਆ ਤੁਹਾਡੇ ਸਾਹਮਣੇ 1 ਕਿਲੋ ਦੁੱਧ ਪਿਲਾਣਾ। 1 ਕਿਲੋ ਸਿਰਫ 1 ਕਿਲੋ ਸਵੇਰ 1 ਕਿਲੋ ਸ਼ਾਮ। ਅਗਰ ਉਹ ਤੁਹਾਡੇ ਸਾਹਮਣੇ ਆ। ਵੰਡਾ ਇਹਨਾਂ ਨੇ ਖੁੱਲਾ ਖਾਣਾ, ਜਿੰਨਾ ਖਾ ਲੈਣ ਆਪਣੀ ਮਰਜ਼ੀ ਦਾ, ਆਪਣੀ ਮਰਜ਼ੀ ਨਾਲ। ਵੰਡਾ ਤੂੜੀ ਤੇ ਵੰਡਾ ਹੀ ਖਾਣਾ ਖੁੱਲਾ ਹੋ ਗਿਆ, ਨਾਲ 1 ਕਿਲੋ ਦੁੱਧ ਸਵੇਰ 1 ਕਿਲੋ ਦੁੱਧ ਸ਼ਾਮ। ਅੱਛਾ ਡਾਕਟਰ ਸਾਹਿਬ, ਮੋਸ਼ਨ ਵਗੈਰਾ ਦਾ ਕੋਈ ਇਸ਼ੂ ਨਹੀਂ? ਕੋਈ ਇਸ਼ੂ ਨਹੀਂ ਆਂਦਾ। ਤੁਹਾਡੇ ਸਾਹਮਣੇ ਆ ਦੇਖੋ, ਜੇ ਮੋਰਟੈਲਿਟੀ ਵਗੈਰਾ ਕੋਈ ਨਹੀਂ ਇਹਨਾਂ ਚ। ਮੱਝਾਂ ਦੇ ਬੱਚਿਆਂ ਚ ਨਹੀਂ ਆਂਦੀ, ਗਾਵਾਂ ਦੇ ਚ ਆ ਜਾਂਦੀ। ਅੱਛਾ, ਮੈਂ ਪਹਿਲਾ ਫਾਰਮ ਹੈ ਜਿੱਥੇ ਵੇਖਿਆ ਕਿ ਇਹਨਾਂ ਨੂੰ ਮਾਵਾਂ ਤੋਂ ਅਲੱਗਾ ਪਾਲਿਆ ਜਾਂਦਾ ਹੈ। ਅਦਰਵਾਈਜ਼ ਤੇ ਇਹ 90% ਬੱਚੇ ਆ ਜਿਹੜੇ ਇੱਥੇ ਨਾ, ਉਹਨਾਂ ਚ ਕੋਈ ਇਸ਼ੂ ਹੀ ਨਹੀਂ ਆਂਦਾ ਹੈਗਾ। ਡਾਇਰੀਆ ਦਾ ਤਾਂ ਬਿਲਕੁਲ ਨਹੀਂ ਇਸ਼ੂ ਆਂਦਾ ਹੈ। ਅੱਛਾ ਸਰ, ਇਹ ਤੁਸੀਂ ਦੁੱਧ ਦੇ ਵਿੱਚ ਕੋਈ ਚੀਜ਼ ਮਤਲਬ ਹੈ ਕੋਈ ਚੀਜ਼ ਨਹੀਂ ਪਾਣੀ ਹੈ, ਦੁੱਧ ਚੋਇਆ ਤੁਹਾਡੇ ਸਾਹਮਣੇ ਹੁਣੀ ਸੀ। ਕੋਈ ਟੈਂਪਰੇਚਰ ਵਗੈਰਾ ਜਾਂ ਉਸ ਦੇ ਵਿੱਚ ਕੋਈ ਚੀਜ਼ ਨਹੀਂ, ਪਹਿਲੇ ਦਿਨ ਤੋਂ ਹੀ ਆ ਹੁਣੀ ਆ ਦੁੱਧ ਪਿਆ ਦੇਖ ਲਓ। ਡੰਗਰ ਚੋਏ ਗਏ ਆ ਸਾਡੇ, ਆ ਦੁੱਧ ਆ ਗਿਆ, ਆ ਤੁਹਾਡੇ ਸਾਹਮਣੇ ਚੋਣਾ ਤੇ ਪਿਲਾ ਦੇਣਾ ਇਹਨਾਂ ਨੂੰ। ਅੱਛਾ, ਉਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਕਿ ਆਪਣਾ ਇਹ ਦੁੱਧ ਜਿਹੜੀ ਮੱਝ ਦਾ ਮਰਜ਼ੀ ਪਾ ਦਿਓ, ਕੋਈ ਇਸ਼ੂ ਨਹੀਂ ਹੈਗਾ। ਦੁੱਧ ਹੋਣਾ ਚਾਹੀਦਾ ਦੁੱਧ। ਲੇਕਿਨ ਇਹ ਆ, ਇਹਦੇ ਜਿਹੜਾ ਜੰਮਦਾ ਬੱਚਾ ਨਾ ਉਹਨੂੰ ਪਹਿਲੇ 1 ਹਫ਼ਤੇ ਤੱਕ ਉਹਦੀ ਮਾਂ ਦਾ ਹੀ ਦੁੱਧ ਦੇਣਾ। ਕਿਉਂਕਿ ਕੋਲੇਸਟ੍ਰਮ ਹੁੰਦਾ ਨਾ ਜਿਹੜਾ, ਉਹ ਜਿੰਨੀ ਦੇਰ ਤੱਕ ਉਹ ਨਹੀਂ ਨਾ ਬੱਚੇ ਚ ਜਾਂਦਾ, ਉਹ ਜਾਨਵਰ ਜਿਹੜਾ ਉਹਦਾ ਬੱਚਾ ਠੀਕ ਨਹੀਂ ਹੁੰਦਾ ਹੈਗਾ। ਜਿਹਨੂੰ ਆਪਾਂ ਬੋਲੀ ਕਹਿੰਦੇ ਆ, ਜਿਹੜਾ ਬੱਚਾ ਬੋਲੀ ਨਹੀਂ ਨਾ ਪੀਂਦਾ ਹੈਗਾ ਉਹ ਦੂਸਰੇ ਬੱਚੇ ਵਰਗਾ ਤਾਕਤਵਰ ਨਹੀਂ ਹੁੰਦਾ। ਜਿਹੜਾ ਬੋਲੀ ਨਹੀਂ ਪੀਂਦਾ ਉਹਨੂੰ ਡਾਇਰੀਆ ਵੀ ਲੱਗਦਾ। ਅੱਛਾ, ਬਾਅਦ ਆਪਾਂ ਜਾਨਵਰ ਸੁਣੀਦਾ ਕਿ ਆਪਣੀ ਚੋਂਦੇ ਰਹੇ ਆ ਤੇ ਸੂਪਈ ਆ, ਉਹ ਫਿਰ ਬੋਲੀ ਬਣੀ ਨਹੀਂ, ਉਹ ਤਾਂ ਕਰਕੇ ਫਿਰ ਬੱਚੇ ਨੂੰ ਮੋਕ ਲੱਗ ਗਈ। ਇਹ ਜਿਹੜੇ ਮਸਲੇ ਆ ਨਾ, ਇਹ ਉਦੋਂ ਆਉਂਦੇ ਆ
ਜ਼ਬਰਦਸਤ ਹੋ ਗਿਆ। ਪਾਓ ਹਾਂ ਆ ਹੁਣ ਤੁਹਾਡੇ ਸਾਹਮਣੇ ਅਸੀਂ ਦੁੱਧ ਪਿਲਾਵਾਂਗੇ ਜੀ। ਡਾਕਟਰ ਸਾਹਿਬ ਇਹ ਤਾਂ ਫਿਰ ਫਾਰਮੂਲਾ ਜਿਹੜਾ ਤੁਹਾਡਾ ਹੈ ਵੇ ਇਹ ਤਾਂ ਬਹੁਤ ਜ਼ਬਰਦਸਤ ਹੈ, ਕਿਉਂਕਿ ਜਿਹੜਾ ਮੰਡੀਆਂ ਤੋਂ ਲੋਕੀ ਕੱਟੀਆਂ ਛੋਟੀਆਂ ਹੁੰਦੇ ਨੇ ਬੱਚੇ, ਨਹੀਂ ਅਸੀਂ ਪਾਲਦੇ ਆ, ਦੇਖਿਓ ਤੁਹਾਡੇ ਸਾਹਮਣੇ ਹੁਣੀ ਪਿਲਾ ਦੇਣਾ ਅਸੀਂ। ਉਹਨਾਂ ਨੂੰ ਵੀ ਪਾਲਿਆ ਜਾ ਸਕਦਾ? ਬਿਲਕੁਲ ਪਾਲਿਆ ਜਾ ਸਕਦਾ ਜੀ। ਤੇ ਡਾਕਟਰ ਸਾਹਿਬ ਇਹ ਤਾਂ ਫਿਰ ਕਾਫੀ ਮਹਿੰਗਾ ਨਹੀਂ ਪੈਂਦਾ? ਹੁਣ 10,000 ਦਾ ਬੱਚਾ ਦੁੱਧ ਪੀ ਗਿਆ 1 ਮਹੀਨੇ ਦਾ, ਹਾਂਜੀ, ਤੇ ਨਾਲ ਆਪਣਾ ਉਹਨੇ ਕੋਈ ਪਾਈਆ ਕਾਫ ਭਾਜੀ ਮਾਂ ਦੇ ਥੱਲਿਓਂ ਕਿਹੜਾ ਪਤਾ ਲੱਗਦਾ ਕਿਲੋ ਪੀਂਦਾ, 2 ਕਿਲੋ ਪੀਂਦਾ, 3 ਕਿਲੋ ਪੀਂਦਾ, ਆਪਾਂ ਅੰਦਾਜ਼ੇ ਨਾਲ ਛੱਡ ਦਿੰਦੇ ਆ, ਇਹਨੂੰ 2 ਥਣ ਛੱਡ ਦਿਓ, ਇਹਨੂੰ 1 ਥਣ ਛੱਡ ਦਿਓ, ਇਹਦਾ ਸਾਨੂੰ ਪਤਾ ਕਿ ਨਹੀਂ ਇੰਨਾ ਦੁੱਧ ਪੀਣਾ। ਇਹ ਕੈਲਕੂਲੇਟਡ ਹੁੰਦਾ ਇਹ ਕੈਲਕੂਲੇਟਡ ਆ ਸਾਡੇ। ਆ ਤੁਹਾਡੇ ਸਾਹਮਣੇ ਆ ਦੇਖਿਓ ਹੁਣੀ ਦੁੱਧ ਪੀਂਦੀ। ਅੱਛਾ, ਇਹ ਕੱਟੇ ਹਾਂਜੀ, ਇਹਨੇ 1 ਮਿੰਟ ਚ ਇਹਨਾਂ ਨੇ ਪੀ ਜਾਣਾ। ਠੀਕ ਹੋ ਗਿਆ। ਇਹਨੇ ਫੀਡਰ ਨਾ ਪੀਣਾ, ਆ ਹੁਣੀ ਮੁੰਡਾ ਫੀਡਰ ਨਾਲ ਤੁਹਾਡੇ ਸਾਹਮਣੇ ਭਰ ਕੇ ਪਿਲਾਏਗਾ। ਅੱਛਾ, ਇਹ ਤੁਹਾਡੇ ਇਸ ਤਕਨੀਕ ਦੇ ਤਹਿਤ ਇਹ ਬੱਚੇ ਜਿਹੜੇ ਨੂੰ ਤੁਸੀਂ ਕਹਿ ਰਹੇ ਹੋ ਕਿ 14 15 16 ਮਹੀਨੇ ਦੀ 1.5 ਸਾਲ ਦੀ ਇਹ ਕੱਟੀ ਸਾਡੀ ਆਪਣੇ ਤਕਰੀਬਨ 14 ਮਹੀਨਿਆਂ ਦੀ ਕੱਟੀ ਸਾਡੀ ਬਹੁਤ ਜ਼ਿਆਦਾ ਹੋਵੇ ਤੇ ਉਹ 17 18 ਮਹੀਨੇ ਤੇ ਜਾਂਦੀ ਆ, ਨਹੀਂ ਤਾਂ 14 15 ਮਹੀਨਿਆਂ ਦੀ ਕੱਟੀ ਸਾਡੀ ਬੋਲ ਪੈਂਦੀ ਆ। 12ਵੇਂ ਮਹੀਨੇ ਤੋਂ ਹੀਟ ਸ਼ੁਰੂ ਕਰਦੀ ਆ। ਬਾਅਦ ਦਫਾ ਪਹਿਲੀ ਹੀਟ ਤੇ ਨਾ ਜਾਨਵਰ ਇਹ ਜਿਹੜੇ ਆ ਪੂਰੀ ਸਾਈਨ ਨਹੀਂ ਸ਼ੋ ਕਰਦੇ, ਦੂਸਰੀ ਤੇ ਫਿਰ ਪ੍ਰੋਪਰ ਬੋਲਦੇ ਆ, ਉਹਦੇ ਤੇ ਅਸੀਂ ਇਹਨਾਂ ਨੂੰ ਇਨਸਾਨੀਏਸ਼ਨ ਕਰੀਦਾ। ਜ਼ਬਰਦਸਤ ਹੋ ਗਿਆ। ਇਹ ਹੁਣ ਅਸੀਂ ਤੁਹਾਨੂੰ ਆਪਣੀਆਂ ਝੋਟੀਆਂ ਦਿਖਾਵਾਂਗੇ, ਖੀਰੀਆਂ, ਦੋਂਦੀਆਂ, ਚੁਗੀਆਂ, ਸੂਈਆਂ ਹੋਈਆਂ ਘਰ ਦੀਆਂ। ਇਹੀ ਝੋਟੀਆਂ ਆ ਤੁਸੀਂ ਆਏ ਆ, ਅਗਲੇ ਸਾਲ ਇਨਸ਼ਾਅੱਲਾ ਇਹ ਤੁਸੀਂ ਪਛਾਣੋਗੇ ਨਹੀਂ। ਅੱਛਾ, ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਇਸ ਤੋਂ ਇਲਾਵਾ ਡਾਕਟਰ ਸਾਹਿਬ ਡਿਵਰਮਿੰਗ ਵਗੈਰਾ ਦਾ ਤੁਹਾਡਾ ਕੀ ਸ਼ਡਿਊਲ ਹੈ? ਡਿਵਰਮਿੰਗ ਦਾ ਸ਼ਡਿਊਲ ਸਾਡਾ ਡਾਕਟਰ ਸਾਹਿਬ ਅੱਗੇ ਤੁਹਾਨੂੰ ਦੱਸਿਆ 2-2 ਮਹੀਨੇ ਬਾਅਦ। ਹਰ 2 ਮਹੀਨੇ ਬਾਅਦ? ਹਰ 2 ਮਹੀਨੇ ਬਾਅਦ। ਜਿਹੜੇ ਬਹੁਤੇ ਛੋਟੇ ਬੱਚੇ ਆ ਯਾਨੀ ਆ ਹੁਣ ਇਹ ਮਹੀਨੇ ਦੇ ਹੋ ਗਏ, ਇਹਨਾਂ ਨੂੰ ਹੁਣ ਸ਼ੁਰੂ ਹੋ ਜਾਣੀ, ਫਿਰ ਹਰ 2-2 ਮਹੀਨੇ ਬਾਅਦ ਡਿਵਰਮਿੰਗ ਹੋਈ ਹੈ। ਅੱਛਾ, ਇਹਨਾਂ ਦੀ ਏਜ ਮਹੀਨਾ ਇਹਨਾਂ ਦੀ ਜੀ? ਨਹੀਂ ਮਹੀਨਾ ਨਹੀਂ, ਜ਼ਿਆਦਾ ਏਜ ਹੈ ਇਹਨਾਂ ਦੀ। ਆ ਜਿਹੜੇ ਬੱਚੇ ਆ ਉਹ ਹੈਗੇ ਆ 15 ਦਿਨਾਂ ਦੀ ਕੱਟੀ ਆ। ਆ ਜਿਹੜੀ ਆ ਇਹ 20 ਦਿਨਾਂ ਦਾ ਬੱਚਾ। ਆ ਜਿਹੜੇ ਆ 2-2 3-3 ਮਹੀਨੇ ਦੇ ਇਹਨਾਂ ਚ ਬੱਚੇ ਆ, ਡਿਫਰੈਂਟ ਆ ਏਜ ਵਾਈਜ਼। ਸਾਰੇ ਏਜ ਵਾਈਜ਼ ਡਿਫਰੈਂਟ। ਤੇ ਕਿੰਨੇ ਮਹੀਨੇ ਦੁੱਧ ਪਿਆਉਂਦੇ ਜੇ? ਇਹ ਅਸੀਂ ਇਹਨਾਂ ਨੂੰ 5 ਤੋਂ 6 ਮਹੀਨੇ ਤੱਕ ਦੁੱਧ ਪਿਲਾਉਣਾ। ਜ਼ਬਰਦਸਤ। ਮੈਕਸਿਮਮ 6 ਮਹੀਨੇ। ਅੱਛਾ, ਅਸੀਂ ਲੇਕਿਨ ਇੰਨਾ ਪਲਾਈ ਦਾ ਨਹੀਂ, ਲੇਕਿਨ ਮੈਂ ਤੁਹਾਨੂੰ ਮੈਕਸਿਮਮ ਦੱਸ ਰਿਹਾ ਕਿ ਜੇ ਬਹੁਤ ਕੋਈ ਬੰਦਾ ਸ਼ੌਕ ਨਾ ਪਲਾਵੇ ਤੇ 6 ਮਹੀਨੇ ਤੋਂ ਜ਼ਿਆਦਾ ਨਹੀਂ ਪਿਲਾਉਣਾ ਚਾਹੀਦਾ। ਡਾਕਟਰ ਸਾਹਿਬ ਮੇਰਾ ਖਿਆਲ ਹੈ 3 ਮਹੀਨੇ ਤੱਕ ਪਿਲਾ ਦੇਣਾ ਚਾਹੀਦਾ। ਡਾਕਟਰ ਸਾਹਿਬ 3-4 ਮਹੀਨੇ ਠੀਕ ਹੈ, ਜਦੋਂ ਦੁੰਦੀ ਝੋਟੀ ਖੀਰੀ ਲੱਗ ਰਹੀ ਹੈ ਦੁੰਦੀ, ਤੇ ਫਿਰ ਉਹਨੂੰ ਜ਼ਿਆਦਾ ਮੈਕਸਿਮਮ 3 ਮਹੀਨੇ ਅਸੀਂ ਦੁੱਧ ਪਿਲਾਈਦਾ। ਲੋਕ ਜ਼ਿਆਦਾ ਲੰਮਾ ਪਿਲਾ ਦਿੰਦੇ ਆ, ਅਸੀਂ 3 ਮਹੀਨੇ। ਮੈਂ ਤੁਹਾਨੂੰ ਮੈਕਸਿਮਮ ਦੱਸਿਆ ਕਿ ਜੇ ਬਹੁਤ ਕੋਈ ਕਮਜ਼ੋਰ ਹੋ ਗਿਆ ਨਾ, ਅਵਲ ਤਾਂ ਹੁੰਦਾ ਨਹੀਂ, ਜੇ ਕੋਈ ਹੋਵੇ ਉਹਨੂੰ ਸਿਰਫ 6 ਮਹੀਨੇ ਤੱਕ ਲੈ ਕੇ ਜਾਈਦਾ, ਨਹੀਂ ਤੇ ਅਮੂਮਨ 4 ਮਹੀਨੇ, ਮੈਕਸਿਮਮ 4 ਮਹੀਨੇ, 3 ਨਹੀਂ 4 ਮਹੀਨੇ ਬਸ। ਜ਼ਬਰਦਸਤ ਹੋ ਗਿਆ ਸਰ, ਜ਼ਬਰਦਸਤ ਹੋ ਗਿਆ। ਬੈਠੀਆਂ ਜੀ, ਆ ਮਾਝਾ ਦੋਂਦੀ ਇਹਦਾ ਤੁਹਾਨੂੰ ਮੂੰਹ ਫੜ ਕੇ ਦਿਖਾਣੇ ਆ, ਇਹ ਸੂਣ ਵਾਲੀ ਅੱਛਾ, ਝੋਟੀ ਆ ਜ਼ਬਰਦਸਤ। ਇਹ ਖੀਰੀ ਦੋਂਦੀ ਝੋਟੀ ਸੂਣੀ ਆ ਇਹ। ਠੀਕ ਆ, ਇਹ ਤਿਆਰ ਆ, ਤਕਰੀਬਨ 15 ਤੋਂ 20 ਦਿਨ ਦੇ ਵਿੱਚ ਸੂਪ ਪੈਣੀ ਆ। ਠੀਕ ਹੋ ਗਿਆ। ਰਹਿਣ ਦਿਓ, ਮੂੰਹ ਨਾ ਫੜੋ। ਠੀਕ ਹੋ ਗਿਆ। ਮੂੰਹ ਦਿਖਾ ਦਈਏ ਤੁਹਾਨੂੰ ਖੋਲ ਕੇ, ਕੋਈ ਇਸ਼ੂ ਨਹੀਂ। ਮੈਂ ਹੈਗਾ ਗੱਲਾਂ ਨਹੀਂ ਨਾ। ਅੱਛਾ, ਮੂੰਹ ਫੜਾਂਦੀ ਹੈ ਨਾ ਵੀ ਫੜਾਓ, ਤੁਹਾਡੇ ਕੈਮਰੇ ਹੀ ਦਿਖਾ ਦਾਂਗੇ। ਆ ਜਾਓ, ਦੋਂਦੀ ਆ, ਤਸੱਲੀ ਕਰ ਲਓ। ਅੱਛਾ, ਹਾਂਜੀ, ਠੀਕ ਹੋ ਗਿਆ। ਥੋੜਾ ਜਿਹਾ ਨਾ ਇਸ਼ੂ ਬਣ ਗਿਆ ਸੀ, ਇਹਦੀ ਬਰੀਡ ਥੋੜੀ ਲੇਟ ਹੋ ਗਈ। ਅੱਛਾ, ਇਹ 2 ਵਾਰੀ ਨਾ ਰਿਪੀਟ ਹੋਈ ਸੀ, ਕਿਉਂਕਿ ਉਹ ਸਿਮਨ ਰੱਖਦੇ ਸੀ, ਨਹੀਂ ਕਨਸੀਵ ਕੀਤੀ ਹੈਗੀ। ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਖੁਦ ਸਿਮਨ ਰੱਖਿਆ ਆਪ, ਫਿਰ ਉਸ ਤੋਂ ਬਾਅਦ ਇਹ ਕਨਸੀਵ ਹੋਈ ਸੀ ਸਾਡੀ ਝੋਟੀ। ਸਰ, ਆਪਣਾ ਇਸ ਫਾਰਮ ਦੇ ਉੱਤੇ ਜਿਹੜੀ ਮੈਨੂੰ ਬੱਚਿਆਂ ਦੇ ਨਾਲ ਇੱਕ ਮਜ਼ੀਦ ਚੀਜ਼ ਬੜੀ ਅੱਛੀ ਲੱਗੀ ਕਿ ਇਹ ਆਪਣੀ ਜਿਹੜੀ ਫਾਰਮ ਯਾਰਡ ਮਨਿਓਰ ਹੈ, ਗੋਬਰ ਹੈ, ਇਸ ਦੇ ਉੱਤੋਂ ਇੱਕ ਖਾਦ ਤਿਆਰ ਕਰ ਰਹੇ ਨੇ। ਤੇ ਇਹ ਇਹਨਾਂ ਦਾ ਇੱਕ ਫਾਰਮੂਲਾ ਹੈ, ਔਰ ਇਹਨਾਂ ਨੇ ਕਾਫੀ ਜਗ੍ਹਾ ਤੋਂ ਟਰਾਇਲ ਕੀਤੇ, ਆਪਣੀ ਜ਼ਮੀਨਾਂ 'ਚ ਪਾਈਆਂ, ਬਾਕੀ ਦੋਸਤ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ। ਇਹਨਾਂ ਕੋਲ ਜ਼ਰਾ ਮੈਨੂੰ ਬੜਾ ਪਸੰਦ ਆਇਆ। ਮੈਂ ਚਾਹੁੰਦਾ ਕਿ ਸਾਡੀ ਆਡੀਅנס ਨੂੰ ਇਹ ਪਤਾ ਹੋਵੇ ਕਿ ਉਹ ਮਹਿੰਗੀ ਜਿਹੜੀ ਖਾਦ ਇਸ ਤੋਂ ਛੁਟਕਾਰਾ ਕਿਸ ਤਰ੍ਹਾਂ ਹਾਸਲ ਕਰ ਸਕਦੇ ਨੇ। ਤੇ ਸਰ, ਇਹ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਖਿਆਲ ਆਇਆ, ਔਰ ਕਿਸ ਤਰ੍ਹਾਂ ਇਹ ਤੁਸੀਂ ਅਸੀਂ ਇਹ ਕਹਿੰਦੇ ਆ ਕਿ ਜ਼ਮੀਨਾਂ ਬਾਂਝ ਹੋ ਰਹੀਆਂ ਜੀ। ਜੀ। ਜਿਹੜਾ ਵੀ ਕੋਈ ਆਉਂਦਾ ਕਹਿੰਦਾ ਜਾਨਵਰ ਮਿਨਰਲ ਪਾਓ, ਵਿਟਾਮਿਨ ਪਾਓ, ਕਿਉਂਕਿ ਜ਼ਮੀਨਾਂ 'ਚ ਹੈ ਨਹੀਂ ਉਹ। ਜੀ। तो गोबर ਅਸੀਂ ਜ਼ਾਇਆ ਕਰ ਰਹੇ ਹਾਂ, ਜੋ ਜ਼ਮੀਨ ਕੋ ਲੈ ਰਹੇ ਹਾਂ ਉਹਨੂੰ ਦੇ ਨਹੀਂ ਰਹੇ। ਇਸੇ ਤਰ੍ਹਾਂ ਜ਼ਮੀਨਾਂ ਬਾਂਝ ਹੋ ਰਹੀਆਂ, ਹੋਰ 8-10 ਸਾਲ ਆ ਮਜ਼ੀਦ ਖਰਾਬ ਹੋ ਜਾਣਗੀਆਂ। ਇਹ ਗੋਬਰ ਸਾਡੇ ਕੋਲ ਢੇਰ ਲੱਗੇ ਪਏ ਆ, ਫालतू ਇੱਥੇ ਪਿਆ ਵਾ। ਅਸੀਂ ਇਹਦਾ ਬਣਾਇਆ ਖਾਦ 70% ਗੋਬਰ ਪਾਇਆ, 20% ਬਾਇਓ ਕੰਪੋਜ਼ ਆ। ਦੇਖੋ ਜਿਹੜਾ ਖੁਸ਼ਕ ਸ਼ੀਰਾ, ਅੱਛਾ ਬਾਇਓ ਕੰਪੋਜ਼ ਹੈ ਜੀ। ਉਹ ਸ਼ੀਰੇ ਦੇ ਵਿੱਚੋਂ ਐਲਕੋਹਲ ਕੱਢ ਲਈ, ਥਿਨਰ ਕੱਢ ਲਿਆ, ਉਹ ਜੋ ਸਪਰਿਟ ਕੱਢ ਲਈ, ਤੇ ਬਾਕੀ ਜੋ ਬਚੀ ਮਿੱਟੀ, ਸ਼ੂਗਰ ਮਿਲ ਦੀ ਮੱਡ ਜਿਹਨੂੰ ਕਹਿੰਦੇ। ਨਹੀਂ ਮੱਡ ਨਹੀਂ ਜੀ, ਸ਼ੀਰੇ ਦੇ ਵਿੱਚੋਂ ਇਹ ਕੱਢਿਆ ਉਹਨਾਂ ਨੇ। ਸ਼ੀਰੇ ਦੇ ਵਿੱਚੋਂ ਕੱਢਿਆ, ਠੀਕ ਤੇ ਬਾਕੀ ਇਹ ਬਚਿਆ, ਇਹ ਚ ਮਿਨਰਲ ਵਿਟਾਮਿਨ ਉਦਾਂ ਹੀ ਆ। ਅੱਛਾ ਉਹ ਮਿਨਰਲ ਵਿਟਾਮਿਨ ਇਹ ਚ ਪਾਤੇ, ਨਾਲ ਅਸੀਂ ਸ਼ੀਰਾ ਪਾਤਾ 5% ਰਾਕ ਫਾਸਫੇਟ ਪਾਤੀ, ਜਿਹੜਾ ਕਿ ਆਪਣੇ ਜ਼ਿਲ੍ਹੇ ਹਜ਼ਾਰੇ ਚ ਪਹਾੜ ਆ ਰਾਕ ਫਾਸਫੇਟ ਦਾ। ਉਹ ਪਾ ਕੇ ਅਸੀਂ ਇਹਨੂੰ ਇੱਕ ਕੁਦਰਤੀ ਖਾਦ ਬਣਾਤੀ ਆ, ਤੇ ਲੋਕ ਇਹਨੂੰ ਲੈ ਜਾਣ, ਇੱਥੋਂ ਗੋਬਰ ਸਾਡਾ ਚੁੱਕਿਆ ਜਾਏ ਤੇ ਲੋਕ ਜ਼ਮੀਨਾਂ 'ਚ ਪਾਉਣ, ਜਿਹਦਾ ਕਿ ਸਾਨੂੰ ਵੀ ਫਾਇਦਾ ਹੋਵੇ, ਉਹਨਾਂ ਨੂੰ ਹੋਵੇ।
ਜੀ ਸਰ, ਇਹਦੇ ਤੇ ਚੂੰਕਿ ਤੁਸੀਂ ਕਹਿ ਰਹੇ ਹੋ ਕਿ 2 ਸਾਲ ਤੱਕ ਤੁਸੀਂ ਇਹ ਬਣਾ ਕੇ ਲੋਕਾਂ ਨੂੰ ਬਕਾਇਦਾ ਤੌਰ ਤੇ ਇਹਨੂੰ ਡੀਕੰਪੋਜ਼ ਕਰਕੇ ਉਹ ਦਿੱਤਾ, ਤੇ ਰਿਜ਼ਲਟ ਇਸ ਦਾ ਕਿਸ ਤਰ੍ਹਾਂ ਰਿਜ਼ਲਟ ਇਹਦਾ ਬਹੁਤ ਅੱਛਾ ਆਇਆ, ਮਗਰ ਲੋਕ ਇਹਨੂੰ ਇੰਨੀ ਮਿਹਨਤ ਨਹੀਂ ਕਰਨਾ ਚਾਹੁੰਦੇ। ਇਹ ਤਾਂ ਮੇਰਾ ਖਿਆਲ ਹੈ ਹਰ ਫਾਰਮ ਜਿਹੜੇ ਜਿਨ੍ਹਾਂ ਦੀ ਆਪਣੀ ਜ਼ਮੀਨ ਹੈ, ਚਾਹੀਦਾ ਜੀ ਉਹਨਾਂ ਨੂੰ ਚਾਹੀਦਾ ਕਿ ਇੱਕ ਸਾਈਡ ਤੇ ਮੈਂ ਤੇ ਕਹਿੰਦਾ ਜੀ ਗੋਇਆ ਸਾਡੇ ਕੋਲ ਫ੍ਰੀ ਆ। ਇਹ ਦੂਸਰੀਆਂ ਚੀਜ਼ਾਂ 2 ਅਸੀਂ ਦੱਸਣ ਡਏ ਆ, ਜੀ ਨਾਲ ਉਹਦੇ ਸ਼ੀਰੇ ਦੇ ਅਸੀਂ ਉਹ ਬੈਕਟੀਰੀਆ ਪਾਉਨੇ ਆ ਤਾਂ ਕਿ ਇਹਦੀ ਫਰਮੈਂਟੇਸ਼ਨ ਹੋ ਜਾਏ, ਡੀਕੰਪੋਜ਼ ਹੋ ਜਾਏ, ਜਲਦੀ ਹੋ ਜਾਵੇ, ਉਹ ਜ਼ਮੀਨਾਂ ਨੂੰ ਪਾਉਣ ਤੇ ਬਸ ਉਹ। ਅੱਛਾ, ਖਾਦ ਦੀ ਕਿੰਨੀ ਬਚਤ ਹੁੰਦੀ ਹੈ ਇਸ ਤੇ ਪਾਣ ਨਾਲ? ਇਹਨੂੰ ਤੁਸੀਂ ਜ਼ਿਆਦਾ ਜਿੰਨਾ ਇਹਨੂੰ ਜ਼ਿਆਦਾ ਵਧਾਈ ਜਾਓਗੇ ਜ਼ਮੀਨ ਬਣੀ ਜਾਏਗੀ, ਔਰ ਖਾਦ ਜ਼ਮੀਨ ਪੋਲੀ ਹੋਏਗੀ। ਜ਼ਮੀਨ ਦੀ ਜਿਹੜੀ ਜ਼ਰੂਰਤ ਆ ਉਹਦੀ ਇਹੀ ਜ਼ਰੂਰਤ ਆ ਜੀ, ਉਹਦੀ ਖਾਦਾਂ ਦੀ ਜ਼ਰੂਰਤ ਉਹਦੀ ਇਹੀ ਜ਼ਰੂਰਤ ਆ। ਜ਼ਬਰਦਸਤ ਹੋ ਗਿਆ। ਚਲੋ ਸਾਹਿਬ, ਤੁਸੀਂ ਇਸ ਉੱਤੇ ਕੀ ਕਹਿਣਾ ਚਾਹੋਗੇ? ਜੀ ਭਾਈ ਨਵਾਜ਼ ਮਾਸ਼ਾਅੱਲਾ ਜਿਸ ਸ਼ੋਬੇ 'ਚ ਇਹਨਾਂ ਨੂੰ ਮੈਂ ਕਹਿੰਦਾ ਕਿ ਦੇਖੋ ਜੋ ਇਹ ਕੰਮ ਕਰ ਰਹੇ ਨੇ ਇੱਕ ਅਨਮੋਲ ਕੰਮ ਹੈ। ਅੱਲਾਹ ਤਾਲਾ ਇਹਨਾਂ ਦੀ ਉਮਰ ਦਰਾਜ਼ ਕਰੇ ਤੇ ਇਹਨਾਂ ਦਾ ਸਾਇਆ ਸਾਡੇ ਸਾਰੇ ਦੋਸਤਾਂ ਤੇ ਸਦਾ ਸਲਾਮਤ ਰਹੇ। ਮਾਸ਼ਾਅੱਲਾ ਬਹੁਤ ਹੀ ਅੱਛਾ। ਦੇਖੋ ਨਾ ਕਿ ਗੋਬਰ ਜਿਹਦਾ ਉਹ ਅਸੀਂ ਇੱਕ ਬਿਲਕੁਲ ਇਹ ਸਮਝਦੇ ਹਾਂ ਕਿ ਗੰਦ ਹੈ, ਤੇ ਇਹਨਾਂ ਨੇ ਉਹਨਾਂ ਨੂੰ ਵੀ ਹੀਰਾ ਬਣਾਤਾ ਤੇ ਲੋਕ ਬੜੇ ਸ਼ੌਕ ਦੇ ਨਾਲ ਬੜੇ ਮੈਂ ਕਹਿੰਦਾ ਕਿ ਇਹਨੂੰ ਇਸਤੇਮਾਲ ਕਰ ਰਹੇ ਨੇ। ਅਗਰ ਜੋ ਇਹ ਫਾਰਮੂਲਾ ਭਾਈ ਨਵਾਜ਼ ਦੱਸ ਰਹੇ ਨੇ, ਮੈਂ ਹਰ ਬੰਦਾ ਅਗਰ ਆਪਣੇ ਫਾਰਮ ਦੇ ਉੱਤੇ ਕਰੇ ਤੇ ਬਹੁਤ ਜ਼ਿਆਦਾ ਲੋਕਾਂ ਦਾ ਫਾਇਦਾ ਹੋ ਸਕਦਾ। ਜ਼ਮੀਨ ਦੀ ਜ਼ਰਖੇਜ਼ੀ ਵੀ, ਖਾਦ ਵੀ। ਹਾਂਜੀ ਜੀ ਸਰ, ਬਹੁਤ ਸ਼ੁਕਰੀਆ, ਜਜ਼ਾਕੱਲਾ।